ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਆਪ ਜਾਣਦੇ ਹੋ ਸੰਗਤ ਟੈਲੀਵਿਜ਼ਨ ਸੰਗਤਾਂ ਦਾ, ਸੰਗਤਾਂ ਲਈ, ਸੰਗਤਾਂ ਵੱਲੋਂ ਹੀ ਚਲਾਇਆ ਜਾਂਦਾ ਹੈ ਤੇ ਹਰ ਉਹ ਗੱਲ ਜਿਹੜੀ ਸੰਗਤਾਂ ਲਈ ਜਾਣਨੀ ਜ਼ਰੂਰੀ ਹੋਵੇ, ਹਰ ਉਹ ਗੱਲ ਜਿਹੜੀ ਪੰਥਕ ਹਿੱਤਾਂ ਦੀ ਹੋਵੇ, ਪੰਥਕ ਬਿਹਤਰੀ ਦੀ ਹੋਵੇ, ਪੰਜਾਬ ਦੀ ਹੋਵੇ, ਸਾਡੇ ਭਾਈਚਾਰੇ ਦੀ ਹੋਵੇ, ਸਾਡੇ ਆਲੇ ਦੁਆਲੇ ਦੀ ਹੋਵੇ, ਉਹ ਆਪ ਸਭ ਦੇ ਸਨਮੁਖ ਕੀਤੀ ਜਾਂਦੀ ਹੈ। ਤੇ ਖਾਸ ਕਰਕੇ ਕੁਛ ਉਹ ਸ਼ਖਸੀਅਤਾਂ ਵੀ ਆਪਦੇ ਸਨਮੁਖ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਨੇ ਕਮਿਊਨਿਟੀ ਲਈ ਕੁਛ ਕੀਤਾ ਹੋਵੇ ਜਾਂ ਜਿਨ੍ਹਾਂ ਦੇ ਮਨ 'ਚ ਕੁਛ ਕਰਨ ਦੀ ਚਾਹਨਾ ਹੋਵੇ। ਅੱਜ ਸੰਗਤ ਟੈਲੀਵਿਜ਼ਨ ਦੇ ਸਟੂਡੀਓ ਵਿੱਚ ਉਚੇਚ ਨਾਲ ਪੁੱਜੇ ਨੇ ਕੈਨੇਡਾ ਦੇ ਰਹਿਣ ਵਾਲੇ, ਉੱਥੇ ਸਾਹਿਤਕਾਰ ਦੇ ਤੌਰ 'ਤੇ ਵਿਚਰਨ ਵਾਲੇ, ਪੱਤਰਕਾਰ ਦੇ ਤੌਰ 'ਤੇ ਵਿਚਰਨ ਵਾਲੇ ਸਰਗਰਮ ਵਿਅਕਤੀ ਡਾਕਟਰ ਗੁਰਵਿੰਦਰ ਸਿੰਘ ਜੀ। ਉਹਨਾਂ ਦੀ ਆਮਦ ਨੂੰ ਜੀ ਆਇਆਂ ਆਖਦੇ ਹਾਂ, ਫਤਿਹ ਸਾਂਝੀ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਹਾਡੇ ਤੋਂ ਗੱਲ ਸ਼ੁਰੂ ਕਰਦੇ, ਕੈਨੇਡਾ ਕਦੋਂ ਤੋਂ ਵਿਚਰ ਰਿਹਾ ਹੋ ਤੇ ਕੀ ਕਰ ਰਿਹਾ? ਸਭ ਤੋਂ ਪਹਿਲਾਂ ਆਪ ਜੀ ਤੇ ਸਮੂਹ ਦਰਸ਼ਕਾਂ ਦਾ ਧੰਨਵਾਦ। ਸੰਗਤ ਟੀਵੀ ਦੇ ਇਸ ਮੁਕਾਮ ਤੇ ਮੰਚ ਤੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਮੈਂ ਦਰਅਸਲ ਕੈਨੇਡਾ ਦੇ ਵਿੱਚ ਸਨ 1999 ਤੋਂ ਵਿਚਰ ਰਿਹਾ ਜੀ। ਪਹਿਲਾਂ ਪੰਜਾਬ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ MA ਕਰਨ ਤੋਂ ਬਾਅਦ ਪੜ੍ਹਾਇਆ, ਜਲੰਧਰ, ਮੰਡੀ ਅਹਿਮਦਗੜ੍ਹ ਆਫੀਸ਼ੀਏਟ ਕੀਤਾ ਬਤੌਰ ਪ੍ਰਿੰਸੀਪਲ ਜੀ। ਕੈਨੇਡਾ ਦੇ ਵਿੱਚ ਸ਼ੁਰੂਆਤ ਮੀਡੀਆ ਦੇ ਤੌਰ ਤੇ ਕੀਤੀ, ਰੇਡੀਓ ਪੰਜਾਬ 1999 ਚ ਹੁੰਦਾ ਸੀ। ਫਿਰ ਉਸ ਤੋਂ ਬਾਅਦ ਚੈਨਲਸ ਵੱਖ-ਵੱਖ ਜਿਹੜੇ ਆ ਤੇ ਅੱਜ ਕੱਲ੍ਹ ਵੀ ਚੈਨਲ ਪੰਜਾਬੀ ਤੇ ਹੋਰ ਪੱਤਰਕਾਰੀ ਜ਼ਿਆਦਾ ਸਮਾਂ ਗੁਜ਼ਾਰ ਰਿਹਾ। ਬਿਲਕੁਲ ਜੀ, ਉਹਦੇ 'ਚ ਮੈਂ ਕੈਨੇਡਾ 'ਚ ਜਾ ਕੇ ਪੰਜਾਬੀ ਪੱਤਰਕਾਰੀ ਦਾ ਕੈਨੇਡਾ ਦਾ ਜਿਹੜਾ ਇਤਿਹਾਸ ਹੈ 100 ਸਾਲ ਦਾ, ਜਿਸ ਦੇ ਵਿੱਚ 1910 ਦੇ ਵਿੱਚ ਕੈਨੇਡਾ 'ਚ ਪਹਿਲਾ ਅਖਬਾਰ ਸ਼ੁਰੂ ਹੋਇਆ ਜੀ, ਉਹਦੇ ਤੇ PhD ਦਾ ਕੰਮ ਕੀਤਾ ਤੇ ਉਸ ਦੇ ਨਾਲ ਨਾਲ ਬਾਕੀ ਜਿਹੜੀਆਂ ਗਤੀਵਿਧੀਆਂ ਹਨ ਜਿਨ੍ਹਾਂ 'ਚ ਸਿੱਖ ਇਤਿਹਾਸ ਤੇ ਸਿੱਖਾਂ ਦੀ ਗਦਰ ਮੂਵਮੈਂਟ ਤੇ ਜੋ ਅਸਰ ਪ੍ਰਭਾਵ ਸੀ ਉਸ ਦੇ ਬਾਰੇ ਤੇ ਸਾਹਿਤ ਬਾਰੇ। ਬਿਲਕੁਲ 100 ਸਾਲ ਦਾ ਤੁਸੀਂ ਕੈਨੇਡਾ ਦਾ ਇਤਿਹਾਸ ਦੀ ਗੱਲ ਕੀਤੀ ਆ। ਤੁਸੀਂ ਦੁਨੀਆ ਵੀ ਘੁੰਮ ਕੇ ਦੇਖੀ, ਪੰਜਾਬ 'ਚ ਰਹੇ ਹੋ, ਪੜ੍ਹਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹੋਈ, ਉੱਥੇ ਪੜ੍ਹਾਇਆ ਵੀ ਪ੍ਰਿੰਸੀਪਲ ਦੇ ਤੌਰ ਤੇ। ਇਹ ਕੰਮ ਕਰਨ ਤੋਂ ਬਾਅਦ ਇੱਥੇ ਇੰਗਲੈਂਡ ਵੱਲ ਵੀ ਘੁੰਮੇਗੀ ਪਹਿਲਾਂ ਕਦੀ? 1999 ਦੇ ਵਿੱਚ ਮੈਂ ਆਇਆ ਸੀ ਜੀ, ਉਸ ਤੋਂ ਬਾਅਦ ਸਬੱਬ ਨਹੀਂ ਬਣਿਆ, ਪਰ ਵਿਚਾਰਾਂ ਜਿਵੇਂ ਤੁਹਾਡੇ ਵਰਗੇ ਗੁਰਮੁਖ ਨੇ ਸੱਜਣ ਮਿੱਤਰਾਂ ਨਾਲ ਹੁੰਦੀਆਂ ਰਹਿੰਦੀਆਂ। ਪਰ ਹੁਣ ਕਾਫੀ ਚਿਰ ਬਾਅਦ ਮੌਕਾ ਮਿਲਿਆ ਤੇ ਬੜੀ ਖੁਸ਼ੀ ਹੋਈ ਹੈ ਇੱਥੇ ਆ ਕੇ, ਬੜਾ ਚੰਗਾ ਲੱਗਿਆ। ਕੈਨੇਡਾ ਦੀ ਕੀ ਖੂਬੀ ਆ ਕਿ ਸਾਰਾ ਹੀ ਪੰਜਾਬ ਉੱਧਰ ਨੂੰ ਖਿੱਚਿਆ ਜਾ ਰਿਹਾ ਜੀ? ਤੁਸੀਂ ਉੱਥੋਂ ਦੇ ਕੈਨੇਡਾ ਦੇ ਇਤਿਹਾਸ ਕਰ ਰਹੇ ਹੋ, ਇੱਕ ਤਰ੍ਹਾਂ ਦਾ ਕੈਨੇਡਾ ਦਾ ਇਤਿਹਾਸ ਲਿਖਿਆ, ਕੈਨੇਡਾ ਦੀ ਪੱਤਰਕਾਰੀ ਕਰ ਰਹੇ ਹੋ, ਬੜੀ ਜ਼ਮੀਨੀ ਪੱਧਰ ਤੇ ਜਾਣਿਆ ਉਹ ਕੈਨੇਡਾ ਨੂੰ। ਆਪ ਸੈਟਲ ਹੋਏ 1999 ਜਾ ਕੇ। ਕੀ ਕਾਰਨ ਹੈ ਕਿ ਕੈਨੇਡਾ ਵੱਲ ਨੂੰ ਪੂਰਾ ਪੰਜਾਬ ਖਿੱਚਿਆ ਜਾ ਰਿਹਾ ਔਰ ਉਨੀ ਖਿੱਚ ਹੋਰ ਕਿਸੇ ਦੇਸ਼ ਦੀ ਨਹੀਂ ਜਿੰਨੀ ਕੈਨੇਡਾ ਦੀ ਆ? ਔਰ ਜਿੰਨੀ ਛੇਤੀ ਨਾਲ ਕੈਨੇਡਾ 'ਚ ਸਿੱਖਾਂ ਦੀ ਆ, ਪੰਜਾਬੀਆਂ ਦੀ ਗਿਣਤੀ ਵਧੀ ਆ, ਉਨੀ ਤੇਜ਼ੀ ਨਾਲ ਕਦੀ ਵਧੇ ਵੀ ਨਹੀਂ। ਕਾਰਨ ਕੀ ਆ? ਪਹਿਲੀ ਗੱਲ ਤਾਂ ਨੀਤੀਆਂ ਜਿਹੜੇ ਮਿਸਟਰ ਟਰੂਡੋ ਅੱਜ ਦੇ ਪ੍ਰਾਈਮ ਮਿਨਿਸਟਰ ਦੇ ਪਿਤਾ ਸਨ, ਏਲੀਅਟ ਟਰੂਡੋ, ਉਹਨਾਂ ਨੇ ਚਾਰਟਰ ਆਫ ਰਾਈਟਸ ਲਿਆਂਦਾ ਸੀ ਜਿਹਦਾ ਇੱਕ ਮਕਸਦ ਇਹ ਸੀ ਕਿ ਇਮੀਗ੍ਰੈਂਟਸ ਨੂੰ ਰਸਤਾ ਜਿਹੜਾ ਉਹਨਾਂ ਲਈ ਖੋਲ੍ਹਿਆ ਗਿਆ। ਕੈਨੇਡਾ ਹੈ ਵੈਸੇ ਇਮੀਗ੍ਰੈਂਟ ਦਾ ਦੇਸ਼ ਆ ਸਰ। ਬਿਲਕੁਲ ਜੀ, ਇਹ ਬਹੁਤ ਖੂਬਸੂਰਤ ਤੁਸੀਂ ਗੱਲ ਕਹੀ ਹੈ। ਕੈਨੇਡਾ ਦਾ ਜਿਹੜਾ ਸੱਭਿਆਚਾਰ ਵੀ ਹੈ ਉਹ ਵੀ ਸਾਰਾ ਜਿਹੜਾ ਇਮੀਗ੍ਰੈਂਟਸ ਦਾ ਹੈ। ਇੱਕ ਮੋਜ਼ਾਇਕ ਕਿਹਾ ਜਾਂਦਾ, ਗੁਲਦਸਤਾ ਕਿਹਾ ਜਾਂਦਾ ਜੀ। ਸੋ ਉਹਨਾਂ ਨੇ ਰਾਹ ਖੋਲ੍ਹਿਆ। ਪਹਿਲਾਂ ਕੰਜ਼ਰਵੇਟਿਵ ਨੀਤੀਆਂ ਸਨ, ਉਹੀ ਕੈਨੇਡਾ ਜਿਹਦੇ 'ਚ ਕਦੇ ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ ਨੂੰ ਮੋੜਿਆ ਗਿਆ ਸੀ, ਕਦੇ ਉਸ ਕੈਨੇਡਾ ਦੇ ਵਿੱਚ ਵੱਡੇ ਵੱਡੇ ਇਹੋ ਜਿਹੇ ਨਸਲਵਾਦੀ ਵਰਤਾਰੇ ਹੋਏ ਸੀ, ਵੋਟ ਪਾਉਣ ਦਾ ਹੱਕ 1907-08 ਦੇ ਵਿੱਚ ਖੋਲ੍ਹਿਆ ਗਿਆ ਸੀ। ਉਸੇ ਕੈਨੇਡਾ ਦੇ ਵਿੱਚ ਸ਼ਹਾਦਤਾਂ ਹੋਈਆਂ। ਪਰ ਉਸੇ ਕੈਨੇਡਾ ਦੇ ਵਿੱਚ ਜਦੋਂ ਇਹ ਤਬਦੀਲੀ ਆਈ ਤਾਂ ਫਿਰ ਬਹੁਤੇ ਜਿਹੜੇ ਪ੍ਰਵਾਸ ਕਰਨ ਵਾਲੇ ਉੱਧਰ ਨੂੰ ਗਏ, ਕਿਉਂਕਿ ਸੌਖਾ ਸੀ, ਪਰਿਵਾਰ ਜਾ ਸਕਦੇ ਸਨ, ਸੈਟਲਡ ਹੋਣਾ ਈਜ਼ੀ ਸੀ। ਸੋ ਰਸਤਾ ਜਿਵੇਂ ਕਹਿੰਦੇ ਲੋਕ ਸਾਥ ਆਤੇ ਗਏ ਔਰ ਕਾਰਵਾ ਬਣਤਾ ਗਿਆ, ਹੌਲੀ ਹੌਲੀ बढ़ता ਗਿਆ। ਥਾਂ ਬੜੀ ਇਲਾਕਾ ਬੜਾ ਵੱਡਾ ਹੈ ਕੈਨੇਡਾ ਦਾ। ਬਿਲਕੁਲ ਜੀ, ਕੈਨੇਡਾ ਤੁਸੀਂ ਦੇਖੋ, ਜੇ ਦੁਨੀਆ ਦੇ ਵਿੱਚ ਜਿਓਗ੍ਰਾਫੀ ਦੇ ਤੌਰ ਤੇ ਦੇਖੀਏ ਤਾਂ ਵੱਡੇ ਮੁਲਕਾਂ ਦੇ ਵਿੱਚ ਦੂਜੇ ਥਾਂ ਤੇ ਆਉਂਦਾ ਹੈ। ਪਹਿਲੇ ਨੰਬਰ ਤੇ ਕਿਹੜਾ? ਬੇਸਿਕਲੀ ਪਹਿਲੇ ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਸੰਸਾਰ ਪੱਧਰ ਤੇ ਜਿਵੇਂ ਵਸੋਂ ਦੇ ਪੱਖੋਂ ਚਾਈਨਾ, ਇਸੇ ਤਰ੍ਹਾਂ ਸਾਈਜ਼ ਦੇ ਪੱਖੋਂ ਜਿਹੜੇ ਖਿੱਤੇ ਜਿਹੜੇ ਵੱਖ-ਵੱਖ ਮਹਾਦੀਪ ਆ ਉਹਨਾਂ ਦਾ ਹੈ। ਪਰ ਕੈਨੇਡਾ ਜਿਹੜਾ ਹੈ ਉੱਤਰੀ ਅਮਰੀਕਾ ਦਾ ਇਹ ਖਿੱਤਾ ਦੂਜੇ ਥਾਂ ਤੇ ਆ ਜਾਂਦਾ ਹੈ।
ਸਭ ਤੋਂ ਵੱਡਾ ਦੇਸ਼ ਹਾਲੇ ਵੀ ਰਸ਼ੀਆ ਹੀ ਹੈ ਇੰਨੇ ਟੁੱਟਣ ਤੋਂ ਬਾਅਦ ਇਸ ਵੰਡ ਤੋਂ ਬਾਅਦ ਇਲਾਕੇ ਦੀ ਵੰਡ ਤੋਂ ਬਾਅਦ ਇੰਨੇ ਦੇਸ਼ ਨਿਕਲਣ ਤੋਂ ਬਾਅਦ ਵੀ ਰਸ਼ੀਆ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਹੈ। ਕੈਨੇਡਾ ਦੂਜੇ ਨੰਬਰ ਤੇ। ਕੈਨੇਡਾ ਦੇ ਵਸੋਂ ਘੱਟ ਹੈ ਤੇ ਜੀਓਗ੍ਰਾਫੀ ਜਿਹੜੀ ਹੈ ਬੜੀ ਵੱਡੀ ਹੈ, ਤੇ ਉੱਥੇ ਫਿਰ ਇਸ ਕਰਕੇ ਤੁਸੀਂ ਦੇਖੋ ਕੁਝ ਸ਼ਹਿਰਾਂ 'ਚ ਤਾਂ ਸਾਡੀ ਵਸੋਂ ਬਹੁਤ ਹੈ, ਜਿਵੇਂ ਟੋਰਾਂਟੋ ਸਾਈਡ ਤੇ ਹੋ ਗਏ, ਵੈਨਕੂਵਰ ਖਿੱਤੇ ਦੇ ਵਿੱਚ ਸਾਰੀ ਪੰਜਾਬੀਆਂ ਨਾਲ ਭਰੀ ਹੋਈ ਹੈ ਕਿਹਾ ਜਾਂਦਾ, ਤੇ ਪਰ ਬਹੁਤ ਅਜੇ ਹਿੱਸਾ ਐਸਾ ਜਿੱਥੇ ਵਸੋਂ ਦੀ ਗੁੰਜਾਇਸ਼ ਹੈ, ਜਿਸ ਕਰਕੇ ਇਮੀਗ੍ਰੇਸ਼ਨ ਦੀਆਂ ਨੀਤੀਆਂ ਸੌਖੀਆਂ ਨੇ, ਆ ਰਹੇ ਨੇ, ਵਿਦਿਆਰਥੀ ਵੀ ਬਹੁਤ ਆ ਰਹੇ ਨੇ, ਹੋਰ ਵੀ ਹੈ, ਪਰ ਚੁਣੌਤੀਆਂ ਵੀ ਆ ਰਹੀਆਂ। ਸਿੱਖਾਂ ਦੀ ਗਿਣਤੀ ਕਿੰਨੇ % ਹੈ ਉੱਥੇ ਇਸ ਟਾਈਮ? ਸਿੱਖਾਂ ਦੀ ਗਿਣਤੀ ਜੇ ਓਵਰਆਲ ਅਸੀਂ ਦੇਖੀਏ ਤਾਂ ਇਸ ਵੇਲੇ ਮਿਲੀਅਨ ਤੋਂ ਵੱਧ ਸਿੱਖ ਨੇ ਕੈਨੇਡਾ 'ਚ ਵਸਦੇ। ਜੇ ਪੰਜਾਬੀ ਦੀ ਬੋਲੀ ਦੇ ਤੌਰ ਤੇ ਦੇਖੀਏ ਤਾਂ ਤੀਜੀ ਪੰਜਾਬੀ ਬੋਲੀ ਦਾ ਤੀਜਾ ਸਥਾਨ ਰਿਹਾ। ਫਿਰ ਦੋ ਜਿਹੜੀਆਂ ਕੈਨੇਡਾ ਦੇ ਵਿੱਚ ਮੁੱਖ ਭਾਸ਼ਾ ਅੰਗਰੇਜ਼ੀ ਤੇ ਫਰਾਂਸ, ਇਹ ਨੈਸ਼ਨਲ ਫ੍ਰੈਂਚ। ਇਹਨਾਂ ਤੋਂ ਬਾਅਦ ਫਿਰ ਚਾਈਨੀਜ਼ ਭਾਸ਼ਾ ਦੇ ਤੌਰ ਤੇ ਕਾਫੀ ਫੈਲਾਅ ਹੋਇਆ। ਇੱਕ ਵਾਰ ਤਾਂ ਚੀਨੀ ਭਾਸ਼ਾ ਨੂੰ ਪੰਜਾਬੀ ਨੇ ਬਕਾਇਦਾ ਤੌਰ ਤੇ ਪਾਸ ਕਰਕੇ, ਕ੍ਰਾਸ ਕਰਕੇ ਥਾਂ ਤੀਜਾ ਵੀ ਹਾਸਲ ਕਰ ਲਿਆ ਸੀ, ਪਰ ਹੁਣ ਚੌਥੇ ਥਾਂ ਤੇ ਹੈ। ਫਿਰ ਵੀ ਗਿਣਤੀ ਜਿਹੜੀ ਹੈ 500,000 ਤੋਂ ਉੱਪਰ ਤਕਰੀਬਨ ਹੈ ਪੰਜਾਬੀ ਬੋਲਣ ਵਾਲਿਆਂ ਦੀ। ਪੇਪਰਾਂ 'ਚ ਅਸਲੀਅਤ ਵਿੱਚ ਉਹਨਾਂ ਦੀ ਗਿਣਤੀ ਜਿਹੜੀ ਹੈ 8-9 ਲੱਖ ਤੋਂ ਉੱਪਰ ਹੈ। ਆਪਣੀ ਗਿਣਤੀ ਸਾਡੀ ਮਿਲੀਅਨ ਦੇ ਨੇੜੇ ਹੈਗੀ, ਤੁਸੀਂ ਵੱਧ ਹੈ। ਤੇ ਟੋਟਲ ਵਸੋਂ ਕੈਨੇਡਾ ਦੀ 4.5 ਕਰੋੜ। ਹਾਂਜੀ, ਕਰੀਬ ਇੰਨੀ ਕਾ। ਇਹਦਾ ਮਤਲਬ ਕੈਨੇਡਾ 'ਚ ਸਿੱਖ 2% ਤੋਂ ਵੱਧ ਆ। ਬਿਲਕੁਲ ਜੀ, ਤੁਸੀਂ ਕਹੋਗੇ। ਔਰ ਦੁਨੀਆ ਦੇ ਕਿਸੇ ਹੋਰ ਦੇਸ਼ ਦੇ ਵਿੱਚ ਸਿੱਖ 2% ਤੋਂ ਜ਼ਿਆਦਾ ਨਹੀਂ। ਇਹ ਸੱਚਾਈ ਹੈ ਜੀ, ਇਹ ਇੱਕ ਬਹੁਤ ਵੱਡੀ ਗੱਲ ਹੈ। ਤੇ ਇਹ ਵੀ ਕਹਿ ਸਕਦੇ ਹਾਂ ਕਿ ਸਿੱਖੀ ਨੁਕਤੇ ਨਿਗਾਹ ਤੇ ਜਿਵੇਂ ਤੁਸੀਂ ਇੱਕ ਮੁੱਦਾ ਛੂਹਿਆ, ਕੈਨੇਡਾ ਦੇ ਵਿੱਚ ਸਾਡੀ ਸਿਧਾਂਤਕ ਤੌਰ ਤੇ, ਚੇਤਨ ਤੌਰ ਤੇ, ਜਾਂ ਜਿਹਨੂੰ ਕਹਿੰਦੇ ਆ ਵਰਲਡ ਸਿੱਖ ਆਰਗੇਨਾਈਜੇਸ਼ਨ ਤੋਂ ਲੈ ਕੇ ਸੰਸਥਾਗਤ ਢਾਂਚੇ ਦੇ ਤੌਰ ਤੇ, ਜਾਂ MPs ਮਿਨਿਸਟਰਸ ਦੇ ਤੌਰ ਤੇ ਵੀ, ਈਵਨ ਇੱਕ ਵਾਰ ਤਾਂ ਇਹ ਚਰਚਾ ਵੀ ਚੱਲੀ ਸੀ ਕਿ ਜਸਟਿਨ ਟਰੂਡੋ ਨੇ ਇਹ ਗੱਲ ਸਟੇਟਮੈਂਟ ਦੇ ਦਿੱਤੀ ਸੀ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੱਲ ਕਰ ਰਿਹਾ ਸੀ, ਕਹਿੰਦੇ ਵੀ ਸਾਡੇ ਮਿਨਿਸਟਰੀ ਦੇ ਵਿੱਚ ਤੁਹਾਡੇ ਤੋਂ ਵੱਧ ਜਿਹੜੇ ਸਿੱਖ ਨੇ, ਜਿਹਦਾ ਬਾਅਦ ਚ ਇਤਰਾਜ਼ ਵੀ ਉਹਨਾਂ ਨੇ ਕੀਤਾ ਸੀ, ਪਰ ਇਹ ਸੱਚਾਈ ਹੈ। ਪਾਰਟੀ ਦਾ ਲੀਡਰ, ਨੈਸ਼ਨਲ ਲੀਡਰ ਜਗਮੀਤ ਸਿੰਘ ਵਰਗਾ ਨੈਸ਼ਨਲ ਪਾਰਟੀ ਦਾ ਲੀਡਰ, ਇੱਕ ਨੌਜਵਾਨ ਸਿੱਖ ਦਮਾਲਾ ਸਜਾ ਕੇ ਚੜ੍ਹਦੀ ਕਲਾ। ਦੁਨੀਆ ਦੇ ਕਿਸੇ ਹੋਰ ਦੇਸ਼ 'ਚ ਪ੍ਰਤੀਸ਼ਤ ਦੇ ਹਿਸਾਬ ਨਾਲ, ਫੀਸਦੀ ਦੇ ਹਿਸਾਬ ਦੇ ਨਾਲ ਐਡੀ ਗਿਣਤੀ ਕਿਤੇ ਨਹੀਂ ਜਿੰਨੀ ਕੈਨੇਡਾ ਦੇ ਵਿੱਚ ਆ। ਸਾਡੀ ਉੱਥੇ ਪ੍ਰਾਪਤੀਆਂ ਵੀ ਰਾਜਨੀਤਿਕ ਤੌਰ ਤੇ ਵੱਡੀਆਂ ਨੇ। ਮੈਂ ਤੁਸੀਂ ਕੈਨੇਡਾ ਦਾ ਇਤਿਹਾਸ ਲਿਖਿਆ, ਆਪਾਂ ਉਹਦੀ ਗੱਲ ਹੀ ਕਰਦੇ ਹਾਂ। ਜਿਹੜਾ ਜਦੋਂ ਤੁਸੀਂ 100 ਸਾਲ ਦਾ ਇਤਿਹਾਸ ਲਿਖਿਆ, 1910 ਤੋਂ ਤੁਸੀਂ ਕਹਿੰਦੇ ਆ ਪਹਿਲੀ ਅਖਬਾਰ ਸ਼ੁਰੂ ਹੋਈ ਸੀ, ਉਦੋਂ ਤੋਂ ਚਲੋ ਲਿਖਿਆ ਹੋਏਗਾ, ਜਾਂ 1900 ਤੋਂ ਲਾ ਲਓ। ਹਾਂਜੀ। ਉਹਦੇ ਵਿੱਚ 1914 ਵਾਲਾ ਕਾਮਾਗਾਟਾ ਮਾਰੂ ਵਾਲਾ ਸਾਕਾ ਆਉਂਦਾ, ਬਾਬਾ ਗੁਰਦੇਵ ਸਿੰਘ ਵਾਲਾ। ਉਹਦੇ ਬਾਰੇ ਜਦੋਂ ਉਹਦਾ ਜ਼ਿਕਰ ਆਉਂਦਾ, ਫਿਰ ਸੰਤ ਬਾਬਾ ਤੇਜਾ ਸਿੰਘ ਮਸਤੂਆਣਾ ਦਾ ਜ਼ਿਕਰ ਵੀ ਆਉਂਦਾ। ਤੁਸੀਂ ਵੀ ਕੀਤਾ ਹੋਵੇਗਾ ਜ਼ਰੂਰ, ਬੇਸ਼ੱਕ ਮੈਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ ਤੁਹਾਡਾ PhD ਦਾ ਥੀਸਿਸ 'ਚ। ਕਾਮਾਗਾਟਾ ਮਾਰੂ ਵਾਲੇ ਸਾਕੇ ਦਾ ਕੈਨੇਡਾ ਦੇ ਇਤਿਹਾਸ ਦੇ ਵਿੱਚ ਪੰਜਾਬੀ ਨਜ਼ਰੀਏ ਤੋਂ ਕਹਿ ਲਓ ਜਾਂ ਸਿੱਖ ਨਜ਼ਰੀਏ ਤੋਂ ਕਹਿ ਲਓ, ਕੀ ਮਹੱਤਵ ਸਮਝਦੇ? ਪਹਿਲੀ ਗੱਲ ਤਾਂ ਇਹ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਲਈ ਵੀ ਇੱਕ ਚੰਗੀ ਗੱਲ ਵੀ ਹੋਏਗੀ। ਇੱਕ ਸਿਧਾਂਤਕ ਤੌਰ ਤੇ ਅੱਜ ਸੋਧ ਦਾ ਮੌਕਾ ਵੀ ਹੈ ਕਿ ਉਹ ਜਹਾਜ਼ ਜਿਸ ਦਾ ਨਾਂ ਕਾਮਾਗਾਟਾ ਮਾਰੂ ਪ੍ਰਚਾਰਿਆ ਗਿਆ, ਉਹ ਜਹਾਜ਼ ਕਾਮਾਗਾਟਾ ਮਾਰੂ ਜਹਾਜ਼ ਵੀ ਇੱਕ ਖਾਸ ਨੁਕਤੇ ਤੋਂ ਹੀ ਉਹਨੂੰ ਪ੍ਰਚਾਰਿਆ ਗਿਆ, ਜਦਕਿ ਬਾਬਾ ਗੁਰਦਿੱਤ ਸਿੰਘ ਹੋਰਾਂ ਨੇ ਇਹ ਜਦੋਂ ਕਿਰਾਏ ਤੇ ਲਿਆ, ਗੁਰੂ ਨਾਨਕ ਜਹਾਜ਼ ਦੇ ਤੌਰ ਤੇ ਸੀ। ਅਸੀਂ ਇਤਿਹਾਸਕ ਤੌਰ ਤੇ ਹੁਣ ਵੀ ਇਸ ਗੱਲ ਤੇ ਜ਼ਿਆਦਾਤਰ ਜ਼ੋਰ ਦੇ ਰਹੇ ਹਾਂ ਕਿ ਗੁਰੂ ਨਾਨਕ ਜਹਾਜ਼ ਦੇ ਮੁਸਾਫਰ ਜਿਵੇਂ ਜਿਵੇਂ ਆਏ, ਹੁਣ ਉਹਦੇ ਥੋੜ੍ਹਾ ਜਿਹਾ ਪਿੱਛੇ ਚੱਲਦੇ ਹਾਂ। 1900 ਸ਼ੁਰੂਆਤ ਦੇ ਵਿੱਚ ਕੈਨੇਡਾ ਦੇ ਵਿੱਚ ਜ਼ਿਆਦਾਤਰ ਗਿਣਤੀ ਦੇ ਵਿੱਚ ਸਾਬਕਾ ਸਿੱਖ ਫੌਜੀ ਜਾਣੇ ਸ਼ੁਰੂ ਹੋਏ, ਜਿਨ੍ਹਾਂ ਦੇ ਵਿੱਚੋਂ ਸਾਡੇ ਬਜ਼ੁਰਗਾਂ ਦੇ ਵਿੱਚ ਸ਼ਹੀਦ ਭਾਈ ਮੇਵਾ ਸਿੰਘ ਲੋਪੋ ਕੇ, ਸ਼ਹੀਦ ਭਾਈ ਬਲਵੰਤ ਸਿੰਘ ਜੀ ਖੁਰਦਪੁਰ, ਸ਼ਹੀਦ ਭਾਈ ਭਾਗ ਸਿੰਘ ਜੀ ਭਿੱਖੀ ਪਿੰਡ, ਜਾਂ ਐਸੇ ਹੋਰ ਬਹੁਤ ਸਾਰੇ ਇਹਨਾਂ ਚੋਂ ਜ਼ਿਆਦਾਤਰ ਫੌਜੀ ਸਨ। ਇਹਨਾਂ ਨੇ ਜਾ ਕੇ ਸਭ ਤੋਂ ਪਹਿਲਾਂ ਕੀ ਕੰਮ ਕੀਤਾ, ਉੱਥੇ ਇੱਕ ਸੰਸਥਾ ਬਣਾਈ ਜਿਹੜੀ ਕਿ ਵਿਚਾਰਧਾਰਕ ਤੌਰ ਤੇ ਵੀ ਰਾਜਨੀਤਿਕ ਚੇਤਨਾ ਦੀ ਵੀ ਸੀ। ਉਹ ਖਾਲਸਾ ਦੀਵਾਨ ਸੁਸਾਇਟੀ 1906-07 ਦੇ ਵਿੱਚ। ਉਸ ਤੋਂ ਉਪਰੰਤ ਜਿਹੜੀ ਮਾਣ ਵਾਲੀ ਗੱਲ ਹੈ ਕਿ ਕੈਂਬਰਿਜ ਤੋਂ ਇੱਥੋਂ ਯੂਨੀਵਰਸਿਟੀਜ਼ ਦੇ ਵਿੱਚੋਂ ਹੋ ਕੇ ਪ੍ਰੋਫੈਸਰ ਸੰਤ ਤੇਜਾ ਸਿੰਘ ਹੁਰੀ ਕੈਨੇਡਾ ਪਹੁੰਚੇ। 1908 ਦੇ ਵਿੱਚ ਅਮਰੀਕਾ ਤੋਂ ਕੈਨੇਡਾ ਆ ਕੇ ਉੱਥੇ ਵੀ ਹਾਰਵਰਡ ਯੂਨੀਵਰਸਿਟੀ ਉਹਨਾਂ ਨੇ ਬਹੁਤ ਵੱਡੀ ਦੇਣ ਹੈ। ਤੇ ਐਸੀ ਸ਼ਖਸੀਅਤ ਬਹੁਤ ਵੱਡੀ ਗੱਲ ਹੈ ਕਿ ਸੰਤ ਤੇਜਾ ਸਿੰਘ ਸ਼ਾਇਦ ਇੱਕੋ ਇੱਕ ਇਹੋ ਜਿਹਾ ਸਿੱਖ ਮਹਾਂਪੁਰਸ਼ ਨੇ ਜਿਹੜੇ ਕੈਂਬਰਿਜ ਯੂਨੀਵਰਸਿਟੀ ਦੇ ਵੀ ਪੜ੍ਹੇ ਆ ਤੇ ਹਾਰਵਰਡ ਯੂਨੀਵਰਸਿਟੀ ਦੇ ਵੀ ਪੜ੍ਹੇ। ਬਿਲਕੁਲ ਜੀ, ਬਿਲਕੁਲ। ਔਰ ਇੱਥੇ ਵੀ ਉਹਨਾਂ ਦੀ ਵੱਡੀ ਪ੍ਰਾਪਤੀ ਆ ਕਿ ਜਿਹੜਾ ਇੰਗਲੈਂਡ ਦਾ ਸਭ ਤੋਂ ਪਹਿਲਾ ਗੁਰਦੁਆਰਾ ਸੀਗਾ, ਉਹਦੀ ਜਦੋਂ ਪੰਜਾਂ ਪਿਆਰਿਆਂ ਦੀ ਸ਼ੁਰੂਆਤ ਕੀਤੀ, ਪੰਜਾਂ ਪਿਆਰਿਆਂ ਸੰਤ ਬਾਬਾ ਤੇਜਾ ਸਿੰਘ ਜੀ ਮੋਹਰੀ ਦੇ ਤੌਰ ਤੇ ਸਨ। ਬਿਲਕੁਲ। ਔਰ ਕੈਨੇਡਾ ਜੀ ਵੀ ਇੱਦਾਂ ਸੀ। ਬਿਲਕੁਲ ਜੀ। ਕੈਨੇਡਾ ਦਾ ਸੰਵਿਧਾਨ ਜਿਹੜਾ ਹੈ ਖਾਲਸਾ ਦੀਵਾਨ ਸੁਸਾਇਟੀ ਦਾ ਪ੍ਰਿੰਸੀਪਲ ਸੰਤ ਤੇਜਾ ਸਿੰਘ ਹੋਰਾਂ ਨੇ ਲਿਖਿਆ। ਉਸ ਤੋਂ ਬਾਅਦ
ਸਟਾਕਟਨ ਜਿਹੜਾ ਗਦਰੀ ਬਾਬਿਆਂ ਦੀ ਧਰਤੀ ਗਿਣਿਆ ਜਾਂਦਾ, ਪੈਸੀਫਿਕ ਕੋਸਟ ਸਟਾਕਟਨ ਸੁਸਾਇਟੀ, ਉੱਥੋਂ ਦਾ ਜਿਹੜਾ ਸੰਵਿਧਾਨ ਗੁਰਦੁਆਰਾ ਸਾਹਿਬ ਦਾ ਜਿਹੜਾ ਉਸਾਰੀ ਕੀਤੀ ਹੈ ਉਹ ਵੀ ਕੀਤੀ ਹੈ। ਜੇਕਰ ਮੈਂ ਅੱਜ ਕਹਿ ਸਕਾਂ ਕਿ 100 ਸਾਲ ਦੇ ਬਾਅਦ ਵੀ ਪ੍ਰੋਫੈਸਰ ਸੰਤ ਤੇਜਾ ਸਿੰਘ ਵਰਗੀ ਸ਼ਖਸੀਅਤ ਲੱਭਣੀ ਅੱਜ ਦੇ ਦੌਰ ਤੱਕ ਬੜੀ ਔਖੀ ਹੈ, ਤੇ ਇਸ ਦੇ ਵਿੱਚ ਅਤਕਥਨੀ ਨਹੀਂ ਹੋਏਗੀ ਕਿਉਂਕਿ ਉਹਨਾਂ ਦੀ ਬੜੀ ਵੱਡੀ ਦੇਣ ਹੈ। ਤੇ ਜਿਨ੍ਹਾਂ ਨੂੰ ਅਸੀਂ ਗਦਰ ਮੂਵਮੈਂਟ ਦੇ ਅਗਾਂਹ ਆਗੂ ਕਹਿੰਦੇ ਆ, ਉਹਨਾਂ ਸਾਰਿਆਂ ਨੂੰ ਪਹਿਲਾਂ ਅੰਮ੍ਰਿਤ ਛਕਾਉਣ ਵਾਲੇ ਪ੍ਰੋਫੈਸਰ ਤੇਜਾ ਸਿੰਘ ਜੀ ਸਨ। ਪ੍ਰੋਫੈਸਰ ਸਾਹਿਬ ਦੀ ਜਿਹੜੀ ਦੇਣ ਸੀ, ਉਹਨਾਂ ਨੇ ਇਹ ਖਾਲਸਾ ਦੀਵਾਨ ਦਾ ਸੰਵਿਧਾਨ ਲਿਖਿਆ। ਅੰਮ੍ਰਿਤ ਸੰਚਾਰ ਉੱਥੇ ਹੋਇਆ ਜਿਹਦੇ 'ਚ ਭਾਈ ਮੇਵਾ ਸਿੰਘ ਲੋਪੋਕੇ ਵਰਗੇ, ਭਾਈ ਭਾਗ ਸਿੰਘ ਜੀ ਭਿੱਖੀਵਿੰਡ ਵਰਗੇ, ਉਹਨਾਂ ਨੇ ਅੰਮ੍ਰਿਤ ਛਕਿਆ ਉੱਥੇ। ਤੁਸੀਂ ਦੇਖੋ ਇਤਿਹਾਸ ਦੇ ਵਿੱਚ ਤੁਸੀਂ ਬੜੀ ਪਿਆਰੀ ਗੱਲ ਕੀਤੀ ਹੈ ਕਿ ਸਾਡਾ ਸਿੱਖਾਂ ਦਾ ਉੱਥੇ ਇਤਿਹਾਸ। ਮੈਨੂੰ ਇਤਿਹਾਸ ਲਿਖਣ ਵੇਲੇ ਮਨ ਵੈਰਾਗ ਨਾਲ ਭਰ ਉੱਠਦਾ ਸੀ ਕਿ ਸਾਡੇ ਏਡੀ ਵੱਡੀ ਦੇਣ ਬਜ਼ੁਰਗਾਂ ਦੀ। ਤੁਸੀਂ ਦੇਖੋ ਗ੍ਰੰਥੀ ਸਿੰਘ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਸਾਹਿਬ, ਗ੍ਰੰਥੀ ਸਿੰਘ ਹੱਕਾਂ ਦੀ ਲੜਾਈ ਲਈ ਇੰਗਲੈਂਡ ਆਉਂਦੇ ਆ, ਇੱਥੋਂ ਦੇ ਉਸ ਵੇਲੇ ਦੇ ਮੋਹਰੀਆਂ ਨਾਲ ਗੱਲ ਕਰਦੇ ਆ। ਭਾਰਤ ਜਾ ਕੇ ਇੰਡੀਆ ਐਜ਼ ਆਈ ਨਿਊ, ਜਿਵੇਂ ਡਵਾਇਰ ਆਪਣੀ ਕਿਤਾਬ ਦੇ ਵਿੱਚ ਲਿਖਦਾ, ਇਸ ਦੇ ਨਾਲ ਹੀ ਜਾ ਕੇ ਲਾਰਡ ਨੂੰ ਜਿਹੜਾ ਵਾਇਸਰਾਏ ਨੂੰ ਮਿਲਦੇ ਆ, ਤੇ ਉਹਨਾਂ ਬਾਰੇ ਕਿਹਾ ਜਾਂਦਾ ਕਿ ਇੱਕ ਵਿਅਕਤੀ ਜਿਹੜਾ ਵਫਦ 'ਚ ਆ ਰਿਹਾ, ਜਿਹੜਾ ਕਿ ਕੈਨੇਡਾ ਤੋਂ ਆ ਰਿਹਾ, ਉੱਥੋਂ ਦਾ ਗ੍ਰੰਥੀ ਹੈ, ਪਰ ਉਸ ਦੀ ਤੱਕਣੀ, ਉਸ ਦੀ ਗੱਲਬਾਤ ਉਹ ਏਡੀ ਮਜ਼ਬੂਤ ਹੈ ਤੇ ਉਸ ਤੋਂ ਬਚ ਕੇ ਰਹੋ। ਇੱਕ ਗ੍ਰੰਥੀ ਸਿੰਘ ਕਿੱਡਾ ਉੱਚੇ ਕੱਦ ਦਾ, ਕਿ ਉਹਦੀ ਇੰਗਲਿਸ਼ 'ਚ ਪਕੜ, ਬੁਲਾਰਾ, ਇੰਟੈਲੈਕਚੁਅਲ ਪ੍ਰਧਾਨ ਕਹੇ ਜੇ ਹੁਣ ਭਾਈ ਭਾਗ ਸਿੰਘ ਜੀ ਭਿੱਖੀਵਿੰਡ ਵਰਗੇ, ਦੋਨੇ ਹੀ ਸ਼ਹੀਦ, ਦੋਨਾਂ ਨੇ ਸ਼ਹਾਦਤ ਪਾਈ ਤੇ ਅਸੂਲਾਂ ਤੇ ਇੰਨੇ ਡਟੇ। ਜਾਰਜ ਪੰਚਮ ਜਦੋਂ ਕੈਨੇਡਾ ਪਹੁੰਚਿਆ, ਭਾਰਤ ਦੇ ਵਿੱਚ ਸਵਾਗਤ ਹੋ ਰਿਹਾ ਸੀ ਜਾਰਜ ਪੰਜਵੇਂ ਦਾ, ਪਰ ਕੈਨੇਡਾ ਦੇ ਵਿੱਚ ਇੱਕੋ ਇੱਕ ਸੁਸਾਇਟੀ ਸੀ, ਖਾਲਸਾ ਦੀਵਾਨ ਸੁਸਾਇਟੀ। ਉਹ ਕਹਿੰਦੇ ਵੀ ਗੱਲ ਇਹ ਹੈ ਕਿ ਸਾਨੂੰ ਤੁਸੀਂ ਨਸਲਵਾਦ ਵਰਤਾਰੇ ਦਾ ਸ਼ਿਕਾਰ ਬਣਾਉਣੇ ਹੋ, ਸਾਡੇ ਨਾਲ ਰੇਸਿਜ਼ਮ ਹੋ ਰਿਹਾ, ਅਸੀਂ ਤੁਹਾਡੀ ਰਿਆਇਆ ਦੇ ਤੌਰ ਤੇ ਕੈਨੇਡਾ 'ਚ ਆਏ ਹਾਂ, ਸਾਡੇ ਨਾਲ ਵਿਤਕਰਾ ਹੋ ਰਿਹਾ, ਅਸੀਂ ਓਪਨਲੀ ਬਾਈਕਾਟ ਕਰਦੇ ਹਾਂ। ਉਸ ਵੇਲੇ ਦੇ ਜਾਰਜ ਪੰਜਵੇਂ ਦਾ ਬਾਈਕਾਟ ਪ੍ਰਿੰਸੀਪਲ ਸੰਤ ਤੇਜਾ ਸਿੰਘ ਦੀ ਜਿਸ ਤਰ੍ਹਾਂ ਸੰਸਥਾ ਜਿਹੜੀ ਉਸਾਰੀ, ਭਾਈ ਭਾਗ ਸਿੰਘ ਜੀ, ਭਾਈ ਬਲਵੰਤ ਸਿੰਘ ਜੀ, ਇਹਨਾਂ ਸ਼ਖਸੀਅਤਾਂ ਨੇ ਕੀਤਾ। ਮੈਨੂੰ ਲੱਗਦਾ ਹੈ ਕਿ ਸਾਡੇ ਇਤਿਹਾਸ ਨੂੰ ਜੇਕਰ ਅਸੀਂ ਉਸ ਨੂੰ ਕੈਨੇਡਾ ਦੇ ਨੂੰ ਜਾਣ ਲਈਏ ਨਾ, ਤਾਂ ਬਹੁਤ ਵੱਡੇ ਜਿਹੜੇ ਭਰਮ ਭੁਲੇਖੇ ਆ ਦੂਰ ਹੋ ਸਕਦੇ। ਇੱਕ ਗੱਲ ਜਦੋਂ ਤੁਸੀਂ ਕਹਿ ਰਹੇ ਆ ਵੀ ਖਾਲਸਾ ਦੀਵਾਨ ਸੁਸਾਇਟੀ ਸੀ, ਉਹਦਾ ਵਿਧਾਨ ਸੰਤ ਬਾਬਾ ਤੇਜਾ ਸਿੰਘ ਬਖਸ਼ੂਆਣਾ ਨਾਲ ਲਿਖਿਆ, ਅੰਮ੍ਰਿਤ ਸੰਚਾਰ ਹੁੰਦੇ ਸੀ, ਔਰ ਜਿਹੜੀ ਗਦਰ ਪਾਵਰਟੀ ਦੀ ਮੂਵਮੈਂਟ ਕਹਿ ਲਓ, ਜਿਹਨੇ ਬਾਅਦ 'ਚ ਬਹੁਤ ਸਾਰੇ ਜਾ ਕੇ ਸ਼ਹਾਦਤਾਂ ਵੀ ਪਾਈਆਂ ਔਰ ਜਲਾਵਤਨੀਆਂ ਵੀ ਭੁਗਤੀਆਂ, ਔਰ ਜਾ ਕੇ ਬਾਅਦ 'ਚ ਪੰਜਾਂ ਬਾਰੇ ਸ਼ਾਮਲ ਹੁੰਦੇ ਰਹੇ, ਉਹ ਸਾਰੇ ਅੰਮ੍ਰਿਤਧਾਰੀ ਸਨ ਔਰ ਬੜੀ ਵੱਡੀ ਦੇਣ ਉਹਨਾਂ ਦੀ। ਪਰ ਇੱਕ ਗੱਲ ਬੜੀ ਹੈਰਾਨੀ ਜਿਹੀ ਵਾਲੀ ਲੱਗਦੀ ਕਿ ਕੈਨੇਡਾ ਦੇ ਵਿੱਚ ਅੰਮ੍ਰਿਤਧਾਰੀ ਸੰਤ ਬਾਬਾ ਤੇਜਾ ਸਿੰਘ ਦੇ ਨੇੜੇ ਦੇ ਬੰਦੇ, ਬਿਲਕੁਲ, ਔਰ ਗ੍ਰੰਥੀ ਤੇ ਗੁਰਦੁਆਰੇ ਦੇ ਪ੍ਰਧਾਨ ਦੀ ਤੁਸੀਂ ਗੱਲ ਕੀਤੀ, ਜੀਵਨ ਸਾਰਾ ਸਿੱਖੀ ਨੂੰ ਸਮਰਪਿਤ ਜਿਨ੍ਹਾਂ ਦਾ, ਉਹ ਅੱਜ ਦੇ ਸਮੇਂ 'ਚ ਜਾ ਕੇ ਉਹਨਾਂ ਨੂੰ ਕਾਮਰੇਡ ਬਣਾਤਾ ਗਿਆ। ਦੇਸ਼ ਭਗਤ ਗਦਰੀ ਬਾਬੇ ਆ ਜਾਂ ਦੇਸ਼ ਭਗਤ ਯਾਦਗਾਰ ਹਾਲ ਆ, ਸਾਰਾ ਕੁਛ ਕਾਮਰੇਡਾਂ ਦਾ ਲਾਣਾ ਬਾਣਾ ਜਾਂ ਸਾਰਾ ਕੁਛ ਬਣ ਗਿਆ। ਇਹ ਸਾਰਾ ਕੁਛ ਕਿੱਦਾਂ ਹੋਇਆ, ਕੀ ਕਾਰਨ ਵਰਤਿਆ? ਇਹ ਰਸੂਲ ਹਮਜ਼ਾ ਤੋਂ ਮੇਰਾ ਦਾਗਿਸਤਾਨ ਉਸ ਦੀ ਇੱਕ ਕਿਤਾਬ ਹੈ ਬੜੀ ਅੱਛੀ, ਉਹਦੇ 'ਚ ਲਿਖਦਾ ਕਿ ਸਿਆਣੇ ਇਨਸਾਨ ਦੇ ਹੱਥ ਦੇ ਵਿੱਚ ਜ਼ਹਿਰ ਵੀ ਕਿਸੇ ਕੰਮ ਆ ਸਕਦੀ ਹੈ, ਪਰ ਜਿਹੜਾ ਖਤਰਨਾਕ ਇਨਸਾਨ ਹੈ ਉਹ ਸ਼ਹਿਦ ਨੂੰ ਵੀ ਜ਼ਹਿਰ ਬਣਾ ਦਿੰਦਾ ਹੈ। ਜਦੋਂ ਇਤਿਹਾਸ ਲਿਖਣ ਵਾਲੇ ਵਿਅਕਤੀ ਇੱਕ ਖਾਸ ਬਿਰਤਾਂਤ ਸਿਰਜਦੇ ਨੇ, ਇੱਕ ਨੈਰੇਟਿਵ ਉਹਨਾਂ ਦੇ ਮਨ 'ਚ ਪਹਿਲਾਂ ਹੀ ਹੈ, ਤਹੀਆ ਕਰਕੇ ਲਿਖਦੇ ਨੇ, ਤਾਂ ਉਸ ਵੇਲੇ ਉਹ ਆਪਣੇ ਮੁਤਾਬਕ ਉਸ ਨੂੰ ਚਿੱਤਰਦੇ ਆ। ਸਾਡੀ ਕੌਮ ਦੀ ਤਰਾਸਦੀ ਇਹ ਰਹੀ ਹੈ ਕਿ ਅਸੀਂ ਪੈਸੇ ਬਹੁਤ ਬਣਾਏ, ਅਸੀਂ ਧਨ ਦੌਲਤ ਬਹੁਤ, ਸ਼ੋਹਰਤ ਇਕੱਠੀ ਕੀਤੀ, ਪਰ ਅਸੀਂ ਇਸ ਕੰਮ ਵੱਲ ਨਹੀਂ ਗਏ। ਅਸੀਂ ਕਹਿੰਦੇ ਹਾਂ ਜੇ ਕੁਰਬਾਨੀਆਂ ਦਿੱਤੀਆਂ ਤੇ ਸਾਂਭਿਆ ਨਹੀਂ ਸਾਂਭਿਆ ਜੀ, ਇਹ ਸਾਡੀ ਸਮੱਸਿਆ। ਸਾਡੇ ਬੱਚਿਆਂ ਨੂੰ ਵੀ ਅਸੀਂ ਕਹਿੰਦੇ ਡਾਕਟਰ, ਇੰਜੀਨੀਅਰ, ਪ੍ਰੋਫੈਸਰ ਜਾਂ ਵਕੀਲ ਬਣਾਉਣਾ, ਪਰ ਪ੍ਰਚਾਰਕ, ਚਿੰਤਕ, ਬੁੱਧੀਜੀਵੀ, ਲੇਖਕ, ਇਤਿਹਾਸਕਾਰ ਨਹੀਂ ਬਣਾਉਂਦੇ। ਪਰ ਜਿਨ੍ਹਾਂ ਨੇ ਇਹ ਮਿੱਥ ਕੇ ਕੰਮ ਕੀਤਾ ਜਾਂ ਕਰਵਾਇਆ ਗਿਆ, ਜਾਂ ਜਿਹੜੀਆਂ ਤਾਕਤਾਂ ਸੀ ਪਿੱਛੇ, ਉਹਨਾਂ ਨੇ ਇਸ ਗੱਲ ਨੂੰ ਇੱਕ ਨੁਕਤੇ ਤੋਂ ਰੱਖਿਆ ਕਿ ਉਹਨਾਂ ਨੂੰ ਸਾਰਿਆਂ ਨੂੰ ਇਹ ਕਿਹਾ ਕਿ ਇਹ ਜਿਹੜੀ ਬਾਹਰ ਆ ਕੇ ਕੈਨੇਡਾ 'ਚ ਇਹਨਾਂ ਦੀ ਫੇਫੜਿਆਂ ਨੂੰ ਆਕਸੀਜਨ ਮਿਲੀ ਹੈ ਆਜ਼ਾਦੀ ਦੀ, ਜਦ ਕਿ ਅਸਲੀਅਤ ਇਹ ਹੈ ਕਿ ਇਹ ਬਿਰਤਾਂਤ ਉਹਨਾਂ ਦਾ ਬਿਲਕੁਲ ਖਾਸ ਇੱਕ ਨੁਕਤੇ 'ਤੇ ਕੇਂਦਰਿਤ ਸੀ, ਜਿਹੜਾ ਕਿ ਐਂਟੀ ਸਿੱਖ ਸੀ। ਸੱਚਾਈ ਇਹ ਸੀ ਕਿ ਇਹਨਾਂ ਸਾਰੇ ਯੋਧਿਆਂ ਨੂੰ ਜੋ ਪਾਣ ਚੜੀ ਸੀ ਉਹ ਸਿੱਖ ਇਤਿਹਾਸ ਦੀ ਸੀ, ਸ਼ਹਾਦਤਾਂ ਦੇ ਇਤਿਹਾਸ ਦੀ ਸੀ। ਜੇ ਭਾਈ ਮੇਵਾ ਸਿੰਘ ਵਰਗਿਆਂ ਦਾ ਇਤਿਹਾਸ ਪੜ੍ਹੋ ਤਾਂ ਪਤਾ ਲੱਗਦਾ ਅੰਮ੍ਰਿਤਧਾਰੀ ਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ। ਮੈਂ ਇੱਕ ਘਟਨਾ ਦਾ ਜ਼ਿਕਰ ਆਪਣਾ ਕਰ ਰਿਹਾ। 5 ਸਤੰਬਰ 1914 ਨੂੰ ਖਾਲਸਾ ਦੀਵਾਨ ਸੁਸਾਇਟੀ 2 ਐਵਨਿਊ ਗੁਰਦੁਆਰਾ ਸਾਹਿਬ, ਜਿੱਥੇ ਕਿ ਸੰਗਤ ਇਕੱਠੀ ਹੈ, ਹਜ਼ੂਰੀ 'ਚ ਭਾਈ ਬਲਵੰਤ ਸਿੰਘ ਜੀ ਗ੍ਰੰਥੀ ਸਿੰਘ ਤੇ ਸਾਹਮਣੇ ਜਿਹੜੇ ਭਾਈ ਭਾਗ ਸਿੰਘ ਜੀ ਭਿੱਖੀਵਿੰਡ ਪ੍ਰਧਾਨ ਸਾਹਿਬ ਮੌਜੂਦ ਨੇ,
ਉਹ ਸਾਰੇ ਜਿਹੜੇ ਇਕੱਠੇ ਹੋ ਕੇ ਜਿਸ ਤਰ੍ਹਾਂ ਵਿਚਾਰ ਵਟਾਂਦਰਾ ਕਰ ਰਹੇ ਆ, ਤੇ ਇਸ ਗੱਲ ਦੀ ਕਮਾਲ ਦੀ ਗੱਲ ਹੈ ਕਿ ਉਸ ਵੇਲੇ ਸਭ ਤੋਂ ਖਤਰਨਾਕ ਵਿਅਕਤੀ ਜਿਹੜਾ ਸੀ ਹੌਪਕਿੰਸਨ, ਜਿਸ ਨੇ ਕਿ ਆਪਣੇ ਇਸ਼ਾਰੇ ਤੇ ਬੇਲਾ ਜਿਆਨ ਨੂੰ ਤਿਆਰ ਕੀਤਾ, ਗੁਰਦੁਆਰਾ ਸਾਹਿਬ ਗੋਲੀਆਂ ਚਲਾ ਕੇ ਇਹਨਾਂ ਯੋਧਿਆਂ ਨੂੰ ਸ਼ਹੀਦ ਕੀਤਾ 1914 ਦੇ ਵਿੱਚ। ਤੇ ਭਾਈ ਭਾਗ ਸਿੰਘ ਅੰਮ੍ਰਿਤਧਾਰੀ ਗੁਰਸਿੱਖ ਗੁਰੂ ਘਰ ਦੀ ਬੇਹੁਰਮਤੀ ਦੇ ਖਿਲਾਫ ਉਹਨਾਂ ਨੇ ਉਹ ਆਵਾਜ਼ ਉੱਠੀ, ਜਿਹੜੀ ਕਿ 1940 ਦੇ ਵਿੱਚ ਇੰਗਲੈਂਡ ਦੀ ਧਰਤੀ ਦੇ ਵਿੱਚ ਜੋ ਕੰਮ ਕੀਤਾ ਸੀ, ਕਦੇ ਸ਼ਹੀਦ ਊਧਮ ਸਿੰਘ ਜੀ ਨੇ ਅਡਵਾਇਰ ਨੂੰ ਸੋਧ ਕੇ ਹੌਪਕਿੰਸਨ ਨੂੰ 21 ਅਕਤੂਬਰ 1914 ਨੂੰ ਭਾਈ ਮੇਵਾ ਸਿੰਘ ਜੀ ਨੇ ਸੋਧਿਆ ਤੇ ਜੱਜ ਦੇ ਸਾਹਮਣੇ ਇਹ ਕਿਹਾ ਕਿ ਮੇਰੇ ਗੁਰੂ ਦਾ ਅਪਮਾਨ ਹੋ ਰਿਹਾ ਤੇ ਮੈਂ ਕਿਵੇਂ ਬਰਦਾਸ਼ਤ ਕਰ ਸਕਦਾ ਸੀ। ਤੁਸੀਂ ਇਹ ਦੇਖੋ ਕਿ ਐਡਾ ਵੱਡਾ ਇਤਿਹਾਸ, ਸਿੱਖੀ ਦੀ ਪ੍ਰੇਰਨਾ, ਇੱਥੇ ਹੋਰ ਪ੍ਰੇਰਨਾ ਕਿਹੜੀ ਰਹਿ ਗਈ? ਪੂਰਨ ਗੁਰਸਿੱਖ ਅਜੇ ਵੀ ਜਿਹੜੇ ਮਿੱਥ ਕੇ ਇਤਿਹਾਸ ਨੂੰ ਖਰਾਬ ਕਰ ਰਹੇ ਆ, ਜਿੰਨਾ ਉਹ ਜ਼ਿੰਮੇਵਾਰ ਤੇ ਦੋਸ਼ੀ ਨੇ ਉਹਨੇ ਮਾਫ ਕਰਨਾ ਅਸੀਂ ਵੀ ਆ, ਜਿਨ੍ਹਾਂ ਨੇ ਆਪਣੇ ਇਤਿਹਾਸ ਨੂੰ ਪ੍ਰਫੁੱਲਤ ਕਰਨ ਲਈ, ਪ੍ਰਚਾਰਨ ਲਈ ਭੂਮਿਕਾ ਨਹੀਂ ਨਿਭਾਈ। ਜੀ, ਪਰ ਤੁਸੀਂ ਤੇ ਜਦੋਂ ਕੰਮ ਕੀਤਾ, ਇਹਨਾਂ ਦਿਨਾਂ 'ਚ ਕੰਮ ਹੋਇਆ ਵੀ ਕਾਫੀ ਆ। ਜਮੇਰ ਸਿੰਘ ਜੀ ਨੇ ਕੰਮ ਕੀਤਾ ਆ, ਗੱਦੀ ਬਾਬੇ ਕੌਣ ਸਨ ਇਹਦੇ ਉੱਤੇ ਕੰਮ ਕੀਤਾ। ਹੋਰ ਰਾਜਵੰਤ ਸਿੰਘ ਉਹਨਾਂ ਨੇ ਕੰਮ ਕੀਤਾ, ਰਾਜਵਿੰਦਰ ਸਿੰਘ ਰਾਹੀ ਉਹਨਾਂ ਨੇ ਕੰਮ ਕੀਤਾ। ਡਾਕਟਰ ਦਰਸ਼ਨ ਸਿੰਘ ਤਾਤਲਾ ਨੇ ਕੰਮ ਕੀਤਾ ਇੰਗਲਿਸ਼ ਪੰਜਾਬੀ ਦੋਵਾਂ ਦੇ ਵਿੱਚ ਇਹਦੇ ਉੱਤੇ, ਔਰ ਕਾਫੀ ਕੰਮ ਹੋਇਆ ਆ। ਪਰ ਫਿਰ ਵੀ ਜਿੱਡਾ ਕੁ ਖਲਾਰਾ ਪਾਇਆ ਗਿਆ, ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਬਾਬਾ ਵਿਸਾਖਾ ਸਿੰਘ ਵਰਗਾ ਬੰਦਾ, ਸੋਹਣ ਸਿੰਘ ਭਕਨਾ ਵਰਗਾ ਬੰਦਾ, ਔਰ ਇਹ ਜਿਹੜੇ ਸਾਰੇ ਵੀਰ, ਬਾਬਾ ਵਿਸਾਖਾ ਸਿੰਘ ਹੋਵੇ, ਸੋਹਣ ਸਿੰਘ ਭਕਨਾ ਜੀ ਵਰਗੇ ਹੋਣ, ਇਹ ਪੰਜਾਂ ਪਿਆਰਿਆਂ 'ਚ ਸ਼ਾਮਲ ਹੁੰਦੇ ਨੇ ਆਪਣੇ ਸਮੇਂ 'ਚ। ਜਦੋਂ ਪੰਜਾ ਸਾਹਿਬ ਦੀ ਨੀਂਹ ਰੱਖੀ ਉਦੋਂ ਪੰਜਾਂ ਪਿਆਰੇ ਸ਼ਾਮਲ ਸੀਗੇ, ਪਰ ਉਹਨਾਂ ਨੂੰ ਬਾਅਦ 'ਚ ਕਾਮਰੇਡ ਬਣਾਤਾ ਗਿਆ। ਤੁਸੀਂ ਬੜੀ ਮਹੱਤਵਪੂਰਨ ਗੱਲ ਕਹੀ ਹੈ। ਬਾਬਾ ਵਿਸਾਖਾ ਸਿੰਘ, ਬਾਬਾ ਜਵਾਲਾ ਸਿੰਘ ਜੀ, ਬਾਬਾ ਵਿਸਾਖਾ ਸਿੰਘ ਦਲੇਰ, ਬਾਬਾ ਜਵਾਲਾ ਸਿੰਘ ਜੀ ਠੱਠੀਆਂ, ਇਹ ਦੋਨੇ ਐਸੇ ਸ਼ਖਸ ਹਨ ਜਿਨ੍ਹਾਂ ਨੇ ਕਿ ਪੈਸੀਫਿਕ ਸੁਸਾਇਟੀ, ਖਾਲਸਾ ਦੀਵਾਨ ਸੁਸਾਇਟੀ ਦੀ ਉਸਾਰੀ ਕੀਤੀ। ਤੁਸੀਂ ਇਹਨਾਂ ਦੀ ਜੇਕਰ ਪੂਰੀ ਇਤਿਹਾਸ ਪੜ੍ਹੋ ਤਾਂ ਹੈਰਾਨੀ ਹੁੰਦੀ ਹੈ। ਮੈਨੂੰ ਯਾਦ ਹੈ ਕਿ ਜਦੋਂ ਮੈਂ PhD ਦਾ ਥੀਸਿਸ ਸਬਮਿਟ ਕਰਾਉਣ ਵਾਸਤੇ ਯੂਨੀਵਰਸਿਟੀ ਕੁਝ ਮਹੀਨੇ ਠਹਿਰਿਆ, ਮੇਰੇ ਨਾਲ ਦਾ ਕਮਰਾ ਡਾਕਟਰ ਦਰਸ਼ਨ ਸਿੰਘ ਤਾਤਲਾ ਦਾ ਸੀ। ਅਸੀਂ ਸਾਰਾ ਦਿਨ ਇਕੱਠੇ ਹੁੰਦੇ ਸੀ, ਇਕੱਠੇ ਹੋ ਕੇ ਵਿਚਾਰ ਕਰਨੀ। ਉਹਨਾਂ ਨੇ ਕਹਿਣਾ, ਗੁਰਵਿੰਦਰ ਆਓ ਬੈਠੋ, ਆਪਾਂ ਆਹ ਨੁਕਤਿਆਂ ਤੇ ਗੱਲ ਕਰਦੇ ਹਾਂ। ਕਿ ਰਾਜਵਿੰਦਰ ਸਿੰਘ ਰਾਹੀ ਕੈਨੇਡਾ ਦੇ ਵਿੱਚ ਉਹਨਾਂ ਨੂੰ ਸੱਦਣ ਦੇ ਲਈ ਦਾਸ ਨੇ ਇਸ ਕਦਰ ਜਿਹੜਾ ਮਨ ਦੇ ਵਿੱਚ ਚਾਹ ਸੀ ਕਿ ਇੱਕ ਐਸਾ ਵਿਅਕਤੀ ਜਿਹੜਾ ਇਸ ਮੁੱਦੇ ਨੂੰ ਲੈ ਕੇ ਚੱਲ ਰਿਹਾ। ਪਰ ਦੂਸਰੇ ਪਾਸੇ ਉਹ ਤਾਕਤਾਂ ਜਿਹੜੀਆਂ ਕਹਿੰਦੀਆਂ ਕਿ ਅਜੇ ਵੀ ਅਸੀਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਇਹਨਾਂ ਨੂੰ ਸਿੱਖ ਕਿਉਂ ਦੱਸਿਆ ਜਾ ਰਿਹਾ। ਅਸੀਂ ਇਹ ਗੱਲ ਕਰ ਰਹੇ ਸੀ ਵੀ ਸਿੱਖ ਬਣਾਇਆ ਨਹੀਂ ਜਾ ਰਿਹਾ, ਸਿੱਖ ਤਾਂ ਉਹ ਸਨ, ਸਿੱਖ ਤਾਂ ਹੈਗੇ ਸੀਗੇ, ਅੰਮ੍ਰਿਤਧਾਰੀ ਸਿੱਖ, ਬਿਲਕੁਲ ਜੀ, ਹਾਂ, ਉਹਨਾਂ 'ਚ ਬਿਲਕੁਲ ਠੀਕ ਹੈ। ਉਹਨਾਂ ਨੂੰ ਬਾਹਰਲੇ ਫਲਸਫੇ ਵੀ ਮਿਲੇ, ਬੜੀ ਅੱਛੀ ਗੱਲ ਹੈ। ਉਹਨਾਂ ਨੇ ਹੋਰ ਵੀ ਆਪਣਾ ਖੁੱਲਾ ਦਾਇਰਾ ਰੱਖਿਆ, ਜੇ ਬਾਹਰੋਂ ਕੋਈ ਚੰਗੀ ਚੀਜ਼ ਮਿਲੀ ਉਹਨਾਂ ਨੂੰ ਵੀ ਅਪਣਾਇਆ, ਮਾੜੀ ਗੱਲ ਨਹੀਂ। ਭਾਜੀ ਦੁਨੀਆ ਭਰ ਦੇ, ਇਹ ਸਾਡੇ ਗੁਰੂ ਨੇ ਕਿਹਾ ਆ, ਕਲਗੀਧਰ ਪਾਤਸ਼ਾਹ ਦੇ ਜਿਹੜੇ ਸਿਖਰਲੇ 52 ਬਚਨਾਂ ਵਿੱਚ ਗੱਲ ਕਹੀ ਕਿ ਦੁਨੀਆ ਤਰ੍ਹਾਂ ਦੀ, ਹਰ ਤਰ੍ਹਾਂ ਦੀ ਵਿੱਦਿਆ ਪੜ੍ਹਨੀ ਆ, ਰਾਜਨੀਤੀ ਵੀ ਪੜ੍ਹਨੀ ਆ, ਦੁਨੀਆ ਦੇ ਫਲਸਫੇ ਪੜ੍ਹਨੇ ਆ, ਪਰ ਟੇਕ ਗੁਰਮਤਿ ਰੱਖਣੀ, ਗੁਰੂ ਗ੍ਰੰਥ ਸਾਹਿਬ ਰੱਖਣੀ। ਕੀ ਬਾਤ ਹੈ, ਆਹੀ ਚੀਜ਼। ਇਹ ਤਾਂ ਅਸੀਂ ਵੀ ਪੜ੍ਹਦੇ, ਸਾਰੇ ਪੜ੍ਹਦੇ ਆ, ਪਰ ਕਿਤੇ ਅਸੀਂ ਪੜ੍ਹਨ ਵਾਲੇ ਸਾਰੇ ਕਿਤੇ ਕਾਮਰੇਡ ਥੋੜ੍ਹਾ ਬਣ ਗਿਆ। ਸੱਚਾਈ ਹੈ, ਇਹ ਗੱਲ ਸੱਚੀ ਹੈ। ਜੇ ਸਾਨੂੰ ਤਾਂ ਮਾਰਕਸ ਨੇ ਕੀ ਕਿਹਾ, ਬਾਅਦ 'ਚ ਐਂਜਲ ਨੇ ਕੀ ਕਿਹਾ, ਉਦੋਂ ਬਾਅਦ 'ਚ ਉਹਨਾਂ ਦੇ ਸਾਰੀ ਲੜੀ ਆ ਕੀ ਕਿਹਾ, ਸਾਰਾ ਕੁਛ ਉਹ ਜੇ ਅਸੀਂ ਪੜ੍ਹਿਆ ਤਾਂ ਕਾਮਰੇਡ ਥੋੜ੍ਹਾ ਬਣ ਗਿਆ ਆ। ਅਸੀਂ ਤਾਂ ਇਸ ਲਈ ਪੜ੍ਹਿਆ ਕਿ ਉਹਦੀ ਕੰਪੈਰੇਟਿਵ ਸਟੱਡੀ ਕਰ ਸਕੀਏ, ਗੁਰਮਤਿ ਨਾਲ ਜੋੜ ਕੇ, ਔਰ ਗੁਰਮਤਿ ਨਾਲ ਜੋੜ ਕੇ ਜਦੋਂ ਕੰਪੈਰੇਟਿਵ ਸਟੱਡੀ ਕਰੋਗੇ ਤੇ ਗੁਰਮਤਿ ਦੇ ਮੁਕਾਬਲੇ 'ਚ ਬੜੀਆਂ ਤੁੱਛ ਜਿਹੀਆਂ ਚੀਜ਼ਾਂ ਲੱਗਦੀਆਂ। ਬਿਲਕੁਲ ਜੀ, ਖੈਰ ਮੈਂ ਇੱਕ ਗੱਲ ਬਿਲਕੁਲ ਤੁਹਾਡੀ ਜਿਹੜੀ ਲੋਕਾਂ ਕੋਲ ਤੁਸੀਂ ਗੱਲ ਕਰਦੇ ਉਹਦੀ ਗੱਲ ਜਰਾ ਥੋੜੀ ਡਿਟੇਲ ਨਾਲ ਕਰ ਲਓ। ਇੰਨੀ ਪਿਆਰੀ ਉਹਨਾਂ ਦੀ ਸ਼ਖਸੀਅਤ ਸੀ। ਮੈਂ 2 ਮਿੰਟ ਇਕਾਗਰ ਹੋ ਕੇ ਮਹਾਨ ਯੋਧੇ ਭਾਈ ਮੇਵਾ ਸਿੰਘ ਲੋਪੋਕੇ ਬਾਰੇ ਜ਼ਿਕਰ ਕਰਨਾ ਚਾਹਾਂਗਾ। ਜਦੋਂ ਕੈਨੇਡਾ ਦੇ ਵਿੱਚ ਨਸਲਵਾਦ ਦਾ ਵਰਤਾਰਾ ਸੀ, ਜਦੋਂ ਵੋਟ ਦਾ ਹੱਕ ਖੋਇਆ ਗਿਆ, ਜਦੋਂ ਕੈਨੇਡਾ ਦੇ ਵਿੱਚ ਕੰਟੀਨਿਊਸ ਜਰਨੀ ਵਰਗੇ ਕਾਲੇ ਕਾਨੂੰਨ ਬਣੇ, ਜਦੋਂ ਥਾਂ-ਥਾਂ ਤੇ ਸੜਕਾਂ ਤੇ ਜਾ ਰਹੇ ਲੋਕਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਧੱਕਿਆ ਜਾ ਰਿਹਾ ਸੀ, ਨਫ਼ਰਤ ਪੈਦਾ ਕੀਤੀ ਜਾ ਰਹੀ ਸੀ, ਉਸ ਵੇਲੇ 2 ਧੜੇ ਬਣਾ ਦਿੱਤੇ ਗਏ। ਬਿਲਕੁਲ ਉਸੇ ਤਰ੍ਹਾਂ ਜਿਵੇਂ ਭਾਰਤ ਦੇ ਵਿੱਚ ਏਜੰਟ ਜਿਹੜੇ ਸਨ ਸਰਕਾਰ ਦੇ ਕੰਮ ਕਰਦੇ ਸਨ, ਕੈਨੇਡਾ 'ਚ 13 ਏਜੰਟ, ਇੱਕ ਵਿਲੀਅਮ ਹੌਪਕਿੰਸਨ ਸੀ ਜਿਸ ਦੀ ਮਾਂ ਹਿੰਦੂ ਸੀ, ਪਿਓ ਅੰਗਰੇਜ਼ ਸੀ, ਕਲਕੱਤੇ ਦੇ ਵਿੱਚ ਜਨਮਿਆ ਸੀ, ਹਿੰਦੀ ਭਾਸ਼ਾ ਉਸ ਨੂੰ ਆਉਂਦੀ ਸੀ, ਅੰਗਰੇਜ਼ੀ ਦਾ ਮਾਹਰ ਸੀ, ਪੰਜਾਬੀ ਵੀ ਸਮਝਦਾ ਸੀ। ਉਹਨਾਂ ਨੇ ਸਿੱਖਾਂ ਨੂੰ 2 ਫਾੜ ਕਰਨ ਲਈ 2 ਧਿਰਾਂ ਬਣਾ ਲਈਆਂ, ਇੱਕ ਸਰਕਾਰ ਪ੍ਰਸਤ ਤੇ ਦੂਜੀ ਧਿਰ ਜਿਹੜੀ ਸੀ ਉਹ ਯੋਧਿਆਂ ਦੀ, ਜਿਨ੍ਹਾਂ ਦੇ ਅੰਦਰ ਜੋਸ਼ ਸੀ, ਉਤਸ਼ਾਹ ਸੀ, ਹੱਕ ਸੱਚ ਤੇ ਇਨਸਾਫ ਲਈ, ਆਜ਼ਾਦੀ ਲਈ ਲੜਦੇ ਸੀ। ਇਹਨਾਂ ਦੀ ਅਗਵਾਈ ਕਰਨ ਵਾਲੇ ਜਿਹੜੇ ਸਾਰੇ ਸਨ ਉਹ ਚੁੱਭਦੇ ਸਨ ਸਰਕਾਰ ਨੂੰ, ਉਹਨਾਂ ਨੂੰ ਕਿਸੇ ਤਰ੍ਹਾਂ ਕਿਸੇ ਢੰਗ ਤਰੀਕੇ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਸੀ। ਗੁਰੂ ਨਾਨਕ ਜਹਾਜ਼ ਜਦੋਂ ਮੋੜਿਆ ਗਿਆ ਤੇ ਉਸ ਵੇਲੇ ਸਿੱਖਾਂ ਦੇ ਅੰਦਰ ਬਹੁਤ ਜ਼ਿਆਦਾ ਇਸ ਗੱਲ ਦਾ ਰੋਸ ਸੀ। ਇੱਥੋਂ ਤੱਕ ਕਿਹਾ ਗਿਆ, ਸਿੱਖਾਂ ਨੇ ਕਿਹਾ ਕਿ ਜੇ ਜਹਾਜ਼ ਨੂੰ ਨੁਕਸਾਨ ਪਹੁੰਚਾਇਆ, ਜੋ ਕਿ ਸਰਕਾਰ ਦੀ ਸਾਜ਼ਿਸ਼ ਸੀ ਕਿ ਇਸ ਨੂੰ ਡੋਬ ਦਿੱਤਾ ਜਾਏ,
ਇੱਕ ਸੀ ਲਾਈਨ ਲਿਆ ਕੇ ਤਾਂ ਸਿੰਘਾਂ ਨੇ ਕਿਹਾ ਕਿ ਅਸੀਂ ਵੈਨਕੂਵਰ ਨੂੰ ਅੱਗ ਲਾ ਕੇ ਫੂਕ ਦਿਆਂਗੇ। ਇਹ ਜਦੋਂ ਸਟੇਟਮੈਂਟ ਆਈ ਤਾਂ ਸਰਕਾਰ ਨੇ ਨੀਤੀ ਬਦਲੀ, ਜਹਾਜ਼ ਜਿਹੜਾ ਕਿ ਜੁਲਾਈ 21 1914 ਨੂੰ ਵਾਪਸ ਮੋੜ ਦਿੱਤਾ ਗਿਆ। ਉਸ ਤੋਂ ਬਾਅਦ ਸਿੱਖਾਂ ਦੇ ਅੰਦਰ ਗੁੱਸਾ ਬਹੁਤ ਸੀ, ਇਸ ਗੱਲ ਦੀ ਨਾਰਾਜ਼ਗੀ ਸੀ। ਗੁਰਦੁਆਰਾ ਸਾਹਿਬ ਇਕੱਤਰ ਹੋਏ, ਉਹਨਾਂ ਨੇ ਫੈਸਲਾ ਕੀਤਾ ਕਿ ਐਲਾਨੇ ਜੰਗ ਕਰਨਾ ਹੁਣ। ਤੇ ਉਸ ਫੈਸਲੇ ਦੇ ਦੌਰਾਨ 1914 ਨੂੰ 5 ਸਤੰਬਰ ਨੂੰ ਜਦੋਂ ਇੱਕ ਮੁਖਬਰ ਜਿਹੜਾ ਵਿਅਕਤੀ ਪਹਿਲਾਂ ਮਾਰਿਆ ਗਿਆ ਸੀ, ਮਾਰੇ ਮੁਖਬਰ ਕਈ ਹੋਰ ਵੀ ਯੋਧਿਆਂ ਨੇ, ਤਾਂ ਉਸ ਵੇਲੇ ਗੁਰਦੁਆਰਾ ਸਾਹਿਬ ਇਕੱਠ ਸੀ। ਇਕੱਠ ਦੇ ਵਿੱਚ ਹੌਪਕਿੰਸਨ ਨੇ ਆਪਣੇ ਜਿਹੜੇ ਚਹੇਤੇ ਸਨ, ਹੌਪਕਿੰਸਨ ਕਿਉਂਕਿ ਬ੍ਰਿਟਿਸ਼ ਸਾਮਰਾਜ ਲਈ ਵੀ ਕੰਮ ਕਰਦਾ ਸੀ, ਭਾਰਤ ਦੇ ਵਿੱਚ ਬ੍ਰਿਟਿਸ਼ ਹਕੂਮਤ ਲਈ, ਕੈਨੇਡਾ ਦੇ ਵਿੱਚ ਵੀ ਉਹ ਜਿਹੜਾ ਕੰਮ ਕਰਦਾ ਸੀ, ਉਸ ਨੇ ਕਿਹਾ ਕਿ ਹੁਣ ਮੌਕਾ ਹੈ, ਭਾਈ ਭਾਗ ਸਿੰਘ ਜੀ ਯੋਧੇ ਨੇ, ਇਹਨਾਂ ਨੂੰ ਮਰਵਾ ਦਿਓ, ਭਾਈ ਬਲਵੰਤ ਸਿੰਘ ਜੀ ਖੁਰਦਪੁਰ, ਇਹਨਾਂ ਨੂੰ ਮਰਵਾ ਦਿਓ। ਉਸ ਨੇ ਗੋਲੀਆਂ ਚਲਵਾਈਆਂ ਗੁਰਦੁਆਰਾ ਸਾਹਿਬ ਦੇ ਵਿੱਚ। ਜਦੋਂ ਭਾਈ ਭਾਗ ਸਿੰਘ ਜੀ ਦੇ ਗੋਲੀ ਮਾਰੀ, ਨਾਲ ਭਾਈ ਬਦਨ ਸਿੰਘ ਜੀ, ਦਲੇਲ ਸਿੰਘ ਵਾਲਾ ਪਿੰਡ ਸੀ ਉਹਨਾਂ ਦਾ, ਉਹਨਾਂ ਨੇ ਜਾ ਕੇ ਉਸ ਵੇਲੇ ਬੇਲਾ ਜਾਣ ਨੂੰ ਇੱਕੋ ਦਮ ਦਬੋਚ ਲਿਆ ਤੇ ਉਹਨੇ ਪਿਸਤੌਲ ਉਧਰ ਕਰ ਦਿੱਤਾ, ਅੰਨ੍ਹੇਵਾਹ ਗੋਲੀਆਂ ਚਲਾਈਆਂ। ਭਾਈ ਬਲਵੰਤ ਸਿੰਘ ਜੀ ਬਚ ਗਏ, ਜਿਹੜੇ ਬਾਅਦ 'ਚ ਜਿਨ੍ਹਾਂ ਨੂੰ ਫਾਂਸੀ ਹੋਈ, ਲਾਹੌਰ ਕੇਸ ਦੇ ਵਿੱਚ ਸ਼ਹੀਦ ਵੀ ਹੋਏ, ਪਰ ਉਸ ਵੇਲੇ ਤਾਬਿਆਂ 'ਚ ਸਨ। ਇਹ ਸਾਰਾ ਕੁਝ ਦੇਖਦਿਆਂ ਜਦੋਂ ਤੱਕਿਆ, 2 ਸਿੰਘ ਸ਼ਹੀਦ ਹੋਏ, 15 ਜ਼ਖਮੀ ਹੋਏ। ਉਸ ਵੇਲੇ ਭਾਈ ਮੇਵਾ ਸਿੰਘ ਜੀ ਕੀਰਤਨ ਦੀ ਪਹਿਲਾਂ ਸੇਵਾ ਕਰਕੇ ਹਟੇ ਸਨ। ਮੇਵਾ ਸਿੰਘ ਲੋਪੋਕੇ ਨੇ ਕਿਹਾ ਕਿ ਮੇਰੇ ਗੁਰੂ ਦਾ ਇੰਨਾ ਅਪਮਾਨ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਸਿੱਖ ਇਤਿਹਾਸ ਦੇ ਉਹ ਪੰਨੇ ਜਿਹੜੇ ਕਿ ਪ੍ਰੇਰਨਾ ਦੇ ਸਨ, ਉਹਨਾਂ ਨੇ ਮਨ 'ਚ ਨਿਸ਼ਚਾ ਕਰ ਲਿਆ ਕਿ ਹੁਣ ਅੱਤ ਹੋ ਗਈ ਹੈ। ਉਹਨਾਂ ਨੇ ਵੈਨਕੂਵਰ ਦੀ ਕਚਹਿਰੀ 'ਚ ਜਦੋਂ ਹੌਪਕਿੰਸਨ ਗਵਾਹੀ ਦੇਣ ਜਾ ਰਿਹਾ ਸੀ ਉਸ ਕੇਸ ਦੇ ਵਾਸਤੇ, ਤੇ ਆਪਣੀ ਜੇਬ 'ਚੋਂ ਰਿਵਾਲਵਰ ਕੱਢੇ, ਗੋਲੀਆਂ ਚਲਾਈਆਂ। 21 ਅਕਤੂਬਰ 1914 ਨੂੰ ਸ਼ਰੇ ਮੈਦਾਨ ਦੇ ਵਿੱਚ ਜਿਹੜਾ ਹੈ ਬਾਜ਼ਾਰ 'ਚ ਉਹਨਾਂ ਨੇ ਗੋਲੀਆਂ ਮਾਰ ਕੇ ਉਸ ਨੂੰ ਭੁੰਨਿਆ। ਬਿਲਕੁਲ ਉਸੇ ਤਰ੍ਹਾਂ ਜਿਸ ਤਰੀਕੇ ਨਾਲ 10 ਕੈਕਸਟਨ ਹਾਲ ਦੇ ਬਾਹਰ ਜੋ ਯੋਧੇ ਸ਼ਹੀਦ ਊਧਮ ਸਿੰਘ ਨੇ ਕੰਮ ਕੀਤਾ। ਉਸ ਤੋਂ ਬਾਅਦ ਜਦੋਂ ਜੱਜ ਦੇ ਸਾਹਮਣੇ ਪੇਸ਼ ਹੋਏ ਤਾਂ ਇਹ ਫੈਸਲਾ ਹੋਇਆ ਕਿ ਇਹਨਾਂ ਨੂੰ ਫਾਂਸੀ ਦਿੱਤੀ ਜਾਏ, ਕਿਉਂਕਿ ਇਹਨਾਂ ਨੇ ਗੁਨਾਹ ਇਕਬਾਲ ਕੀਤਾ। ਨਾਲ ਕਿਹਾ ਕਿ ਮਾਣ ਮਹਿਸੂਸ ਕਰਦਾ, ਮੈਂ ਖੁਸ਼ੀ-ਖੁਸ਼ੀ ਫਾਂਸੀ ਦਾ ਰੱਸਾ ਚੁੰਮ ਰਿਹਾ। ਗੁਰਸਿੱਖੀ ਦੀ ਪ੍ਰੇਰਨਾ ਮੇਵਾ ਸਿੰਘ ਲੋਪੋਕੇ ਪੰਜਾਬ ਦਾ ਉਹ ਜੰਮਿਆ ਗੁਰਸਿੱਖ ਪੂਰਨ ਜਿਹੜਾ ਯੋਧਾ 1915 ਨੂੰ 11 ਜਨਵਰੀ ਨੂੰ ਜਦੋਂ ਲੋਹੜੀ ਮਨਾਈ ਜਾਂਦੀ ਹੈ ਲੋਕਾਂ ਦੇ ਅੰਦਰ ਘਰਾਂ 'ਚ, ਇੱਕ ਅਣਵਿਆਹਿਆ ਸਿੱਖ ਜਿਸ ਨੇ ਆਪਣਾ ਪਰਿਵਾਰ ਪਾਲਣਾ ਸੀ, ਕੈਨੇਡਾ 'ਚ ਗਿਆ, ਆਪਣਾ ਘਰ-ਬਾਰ ਉਜਾੜ ਕੇ ਪੰਥ ਵਸੇ ਮੈਂ ਉਜੜਾਂ ਦੀ ਸੋਚ ਨਾਲ ਉਹ ਸ਼ਹੀਦ ਹੋਇਆ। ਮੈਂ ਇਹ ਗੱਲ ਆਪਦੇ ਦਰਸ਼ਕਾਂ ਨਾਲ ਜ਼ਰੂਰ ਕਰਾਂਗਾ। 11 ਜਨਵਰੀ ਨੂੰ ਦਿਨ ਆਉਂਦਾ ਹੈ, ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਦੇਖੋ ਘਰਾਂ 'ਚ ਲੋਹੜੀਆਂ ਬਾਲੀਆਂ ਜਾਂਦੀਆਂ, ਖੁਸ਼ੀਆਂ ਮਨਾਈਆਂ ਜਾਂਦੀਆਂ। ਸਾਡਾ ਇੱਕ ਉਹ ਮਹਾਨ ਯੋਧਾ ਜਿਹਨੇ ਆਪਣੇ ਘਰ ਦੀ ਸਾਰਾ ਝੁੱਗਾ ਚੌੜ ਕਰਾਇਆ, ਨਾਲ ਜੋੜ ਕੇ ਵੀ ਮਾਗੀ ਦੀਆਂ ਸ਼ਹਾਦਤਾਂ ਸਾਡੀਆਂ, ਖਦਰਾਣੇ ਦੀ ਸ਼ਹਾਦਤਾਂ ਸਾਡੀਆਂ। ਤੇ ਜਿਹੜੇ ਲੋਕ ਚਾਅ ਮਨਾਉਂਦੇ, ਮੈਂ ਉਹਨਾਂ ਦੀ ਗੱਲ ਕਰਦਾ, ਘਰਾਂ ਦੇ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ। ਆਪਾਂ ਕਹੀਏ ਇਹੋ ਜਿਹਾ ਸ਼ਹੀਦ ਪੰਜਾਬ ਦੇ ਵਿੱਚ ਕੋਈ ਇਤਿਹਾਸ ਨਹੀਂ ਜੀ। ਤੁਹਾਨੂੰ ਇੱਕ ਕਮਾਲ ਦੀ ਗੱਲ ਹੋਏਗੀ, ਤੁਸੀਂ ਇਸ ਗੱਲ ਤੇ ਹੈਰਾਨ ਹੋਵੋਗੇ। ਆਪਣੇ ਕੋਲ ਖੀਲੇ 2 ਮਿੰਟ ਜੀ। ਹਾਂਜੀ, ਮੈਂ ਗੱਲ ਕਰ ਲਵਾਂ ਕਿ ਜਿਹੜੀ ਗੱਲ ਵੀਰ ਗੁਰਵਿੰਦਰ ਸਿੰਘ ਜੀ, ਡਾਕਟਰ ਗੁਰਵਿੰਦਰ ਸਿੰਘ ਜੀ ਆਖਣਾ ਚਾਹੁੰਦੇ ਆ ਕਿ ਕੌਮਾਂ ਰੰਗ ਵਿੱਚ ਜੀਣ, ਕੋਈ ਡਰ ਨਹੀਂ, ਚਾਵਾਂ ਨਾਲ ਆਪਣੇ ਦਿਨ ਦਿਹਾੜੇ ਮਨਾਉਣ, ਕੋਈ ਡਰ ਨਹੀਂ, ਤਿਉਹਾਰ ਮਨਾਉਣ, ਕੋਈ ਡਰ ਨਹੀਂ, ਪਰ ਆਪਣੇ ਵਿਰਸੇ ਨੂੰ, ਆਪਣੇ ਸ਼ਹੀਦਾਂ ਨੂੰ ਵੀ ਯਾਦ ਰੱਖਣ, ਉਹ ਨਾਲ ਯਾਦ ਰੱਖਣਾ ਇਹ ਬੜਾ ਜ਼ਰੂਰੀ ਆ। ਗੁਰਵਿੰਦਰ ਸਿੰਘ ਤੁਹਾਡੇ ਲਿਹਾਜ਼ ਮੈਂ ਇੱਕ ਵਾਰੀ ਫੇਰ ਦੁਬਾਰਾ ਕਿਉਂਕਿ ਅਖੀਰਲੇ 2 ਮਿੰਟ ਰਹਿ ਗਏ, ਆਪਾਂ ਗਾਂ ਦੀ ਗੱਲ ਕਰੀਏ ਕਿ ਕੈਨੇਡਾ ਦੇ ਵਿੱਚ ਸਿੱਖਾਂ ਦਾ ਭਵਿੱਖ ਕੀ ਹੈ? ਬਹੁਤ ਵਧੀਆ ਤੁਹਾਡਾ ਸਵਾਲ ਹੈ। ਇਸ ਦੇ ਵਿੱਚ ਸਾਰੀ ਗੱਲ ਹੀ ਸਮੇਟ ਦਿਆਂਗੇ ਕਿ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਸਿੱਖਾਂ ਦੀ ਗਿਣਤੀ ਵਧੀ ਹੈ, ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ, ਜ਼ੁਬਾਨ ਤੇ ਪਛਾਣ ਦਿਨ ਬ ਦਿਨ ਫੈਲ ਰਹੀ ਹੈ, ਊੜਾ ਤੇ ਜੂੜਾ ਦੀ ਸੰਭਾਲ ਹੋ ਰਹੀ ਹੈ, ਬੜਾ ਸੁਨਹਿਰੀ ਭਵਿੱਖ ਹੈ। ਪੰਜਾਬੀ ਤੇ ਰਿਸਰਚ ਦੇ ਖੇਤਰ ਦੇ ਵਿੱਚ ਅੱਗੇ ਵਧ ਰਹੇ ਨੇ, ਸਿਆਸਤ ਦੇ ਵਿੱਚ ਅੱਗੇ ਵਧ ਰਹੇ ਨੇ। ਪਰ ਜੇ ਕਿਤੇ ਮਾੜੀ ਮੋਟੀ ਚਿੰਤਾ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਹੈ, ਜਿਹੜੇ ਕਿ ਕਬਜ਼ੇ ਦੀ ਸੋਚ ਅਜੇ ਵੀ ਕਈਆਂ 'ਚ ਬਣੀ ਹੋਈ ਹੈ। ਜਿੱਥੇ ਘਾਟ ਮਹਿਸੂਸ ਹੁੰਦੀ ਹੈ ਕਿ ਉਹ ਚੌਧਰ ਦਾ ਜਿਹੜਾ ਇੱਕ ਜੰਗਾਲ ਲੱਗੀ ਹੋਈ ਹੈ, ਉਸ ਨੂੰ ਸਾਫ਼ ਕਰਨ ਦੀ ਲੋੜ ਹੈ। ਇੱਕੋ ਹੀ ਫਰਕ ਹੈ, ਸਿੱਖ ਸਿਧਾਂਤ ਸਾਡਾ ਬੜਾ ਉੱਚਾ ਹੈ। ਸਿੱਖ ਸਿਧਾਂਤ ਨੂੰ ਅਸੀਂ ਵਿਸਾਰ ਕੇ ਸਿੱਖ ਸਮਾਜ ਲਗਾਤਾਰ ਰਸਾਤਲ ਵੱਲ ਜਾ ਰਿਹਾ ਹੈ। ਅੱਜ ਗੁਰਬਾਣੀ ਤੋਂ ਇਤਿਹਾਸ ਨੂੰ ਸੇਧ ਲੈ ਕੇ ਚੱਲਣ ਦੀ ਲੋੜ ਹੈ ਤੇ ਯਕੀਨਨ ਤੌਰ ਤੇ ਕੈਨੇਡਾ ਸੰਸਾਰ 'ਚ ਵਸਦੇ ਸਿੱਖਾਂ ਦੇ ਭਵਿੱਖ ਦਾ ਰਹਿਨੁਮਾ ਸਾਬਤ ਹੋਏਗਾ। ਬਿਲਕੁਲ, ਤੁਹਾਡਾ ਧੰਨਵਾਦ ਬਹੁਤ ਬਹੁਤ। ਜਿਹੜੀ ਗੱਲ ਅਖੀਰ ਤੇ ਕਹੀ ਹੈ ਡਾਕਟਰ ਗੁਰਵਿੰਦਰ ਸਿੰਘ ਨੇ, ਉਹ ਸਾਂਭਣਯੋਗ ਹੈ ਕਿ ਅਸੀਂ ਸਮਾਜ ਦੇ ਵਿੱਚ ਬੇਸ਼ੱਕ ਰਹਿਣਾ ਹੈ, ਸਮਾਜ ਦਾ ਪ੍ਰਭਾਵ ਵੀ ਕਬੂਲਣਾ ਹੁੰਦਾ,
ਪਰ ਆਪਣੇ ਸਿਧਾਂਤ ਨਾ ਛੱਡੀਏ। ਸਿਧਾਂਤਾਂ ਦੇ ਨਾਲ ਰਹਿ ਕੇ ਜਦੋਂ ਸਮਾਜ 'ਚ ਵਿਚਰਾਂਗੇ, ਸਿਧਾਂਤਾਂ ਅਨੁਸਾਰ ਸਮਾਜ 'ਚ ਵਿਚਰਾਂਗੇ, ਉਹਦੇ 'ਚ ਕੌਮਾਂ ਦਾ ਵੀ ਸਤਿਕਾਰ ਹੋਏਗਾ ਅਤੇ ਵਿਅਕਤੀ ਦਾ ਵੀ ਸਤਿਕਾਰ ਹੋਏਗਾ, ਕੌਮਾਂ ਦਾ ਭਵਿੱਖ ਉੱਜਲ ਹੋਏਗਾ। ਕੈਨੇਡਾ 'ਚ ਵੀ ਸਿੱਖ ਕੌਮ ਦਾ ਭਵਿੱਖ ਉੱਜਲ ਹੈ, ਅਤੇ ਜੇ ਅਸੀਂ ਸਿਧਾਂਤ ਨਾਲ ਜੁੜ ਕੇ ਤੁਰਾਂਗੇ ਤਾਂ ਫਿਰ ਦੁਨੀਆ ਭਰ 'ਚ ਹੀ ਸਾਡਾ ਭਵਿੱਖ ਉੱਜਲ ਹੋਏਗਾ। ਇੱਕ ਗੱਲ ਕਹਿੰਦੇ ਹੁੰਦੇ ਪੁਰਾਤਨ ਸਿੰਘ ਕਿ ਖਾਲਸਾ 96 ਕਰੋੜ ਹੋਵੇਗਾ, ਦੁਨੀਆ 'ਤੇ ਰਾਜ ਕਰੇਗਾ। ਜੇ ਸਿਧਾਂਤਾਂ ਨਾਲ ਜੁੜਾਂਗੇ ਤਾਂ ਉਹ ਕੋਈ ਅੱਤ ਕਥਨੀ ਵਾਲੀ ਗੱਲ ਨਹੀਂ ਹੈਗੀ। ਇੰਨੇ ਸ਼ਬਦਾਂ ਦੇ ਨਾਲ ਇੱਕ ਵਾਰੀ ਖਿਮਾ ਜਾਚਨਾ ਜੀ। ਵੀਰ ਗੁਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਸਭ ਦਾ ਵੀ ਧੰਨਵਾਦ। ਜੁੜੇ ਰਹੋ, ਜੁੜ ਮਿਲ ਕੇ ਕੌਮ ਦੇ ਰੋਸ਼ਨ ਭਵਿੱਖ ਦੀ ਗੱਲ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।